ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ ਧਾਰੀਵਾਲ ਕਲਾਸਿਸ ਦੇ ਵਿੱਚ, ਜਿਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਕਹਾਣੀਕਾਰਾਂ ਦੇ ਬਾਰੇ, ਉਹਨਾਂ ਦੇ ਬਾਰੇ, ਜੀਵਨ ਦੇ ਬਾਰੇ, ਉਹਨਾਂ ਦੀਆਂ ਰਚਨਾਵਾਂ ਦੇ ਬਾਰੇ। ਅਤੇ ਅੱਜ ਆਪਾਂ ਕਹਾਣੀਕਾਰ ਦੀ ਗੱਲ ਕਰ ਰਹੇ ਹਾਂ ਜਿਸ ਦੀ ਉਹਦਾ ਨਾਂ ਜੀ ਸੰਤੋਖ ਸਿੰਘ ਧੀਰ। ਉਹਨਾਂ ਨੂੰ ਕਿਸੇ ਕਹਿ ਲਓ ਜੀ ਮੁਹਤਾਜ ਨਹੀਂ ਹੈ ਕਿਸੇ ਨਾਮ ਦਾ ਜੀ। ਉਹਨਾਂ ਦਾ ਸਾਹਿਤ ਖੇਤਰ ਵਿੱਚ ਹੀ ਬੜਾ ਯੋਗਦਾਨ ਹੈ। ਕਿਸੇ ਕਹਿ ਲਓ ਜੀ ਇੰਟਰੋ ਦੀ ਮੁਹਤਾਜ ਨਹੀਂ ਕਹਿ ਸਕਦੇ ਉਹਨੂੰ। ਤਾਂ ਉਹਨਾਂ ਦੇ ਸਾਹਿਤ ਖੇਤਰ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਨਾਲ ਯੋਗਦਾਨ ਪਾਇਆ ਗਿਆ, ਅਤੇ ਉਸ ਯੋਗਦਾਨ ਦੀ ਜਿਹੜੀ ਚਰਚਾ ਹੈਗੀ ਹੈ ਆਪਾਂ ਕਹਾਣੀ ਦੇ ਪੱਖ ਤੋਂ ਕਰ ਰਹੇ ਹਾਂ। ਕਹਾਣੀਕਾਰ ਦੇ ਤੌਰ 'ਤੇ ਉਹਨਾਂ ਦੀਆਂ ਕਿਹੜੀਆਂ ਰਚਨਾਵਾਂ ਨੇ ਕਿ ਜਿਹੜੀਆਂ ਆਪਣੇ ਸਾਹਿਤ ਦੀ ਝੋਲੀ ਪਾਈਆਂ ਨੇ, ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ, ਉਹਨਾਂ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜੀ ਉਹਨਾਂ ਦੇ ਜੋ ਕਹਾਣੀਆਂ ਦੇ ਵਿਸ਼ੇ ਨੇ ਉਹ ਕਿਸ ਤਰ੍ਹਾਂ ਦੇ ਨੇ, ਅਤੇ ਉਹਨਾਂ ਦੇ ਵਿੱਚੋਂ ਕਿਹੜੀ ਕਹਾਣੀ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ ਆ ਉਸ ਦੀ ਵੀ ਥੋੜ੍ਹੀ ਬਹੁਤੀ ਚਰਚਾ ਕਰਾਂਗੇ। ਇਹ ਆਪਣਾ ਅੱਜ ਦਾ ਵਿਸ਼ਾ। ਗੱਲ ਕਰਦੇ ਹਾਂ ਜੀ ਸੰਤੋਖ ਸਿੰਘ ਧੀਰ ਦੀ। ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਰਹੇ ਹਾਂ ਆਪਾਂ। ਤਾਂ ਉਹਨਾਂ ਨੇ ਕਵਿਤਾਵਾਂ, ਕਹਾਣੀਆਂ, ਨਾਵਲਾਂ ਦੇ ਵਿੱਚ ਵੀ ਉਹਨਾਂ ਨੇ ਕਹਿ ਲਓ ਲੇਖ, ਚਿੱਠੀਆਂ, ਸਵੈ ਜੀਵਨੀ ਆਦਿ ਦੇ ਜਿਹੜੀਆਂ ਸਾਹਿਤਕ ਵਿਧਾਵਾਂ ਨੇ, ਵੱਖ-ਵੱਖ ਸਾਹਿਤ ਦੇ ਵੱਖ-ਵੱਖ ਰੰਗ ਨੇ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਹੱਥ ਅਜਮਾਇਆ। ਅਤੇ ਉਹ ਆਪਣਾ ਸਾਹਿਤਕ ਤੌਰ 'ਤੇ ਕਹਿ ਲਓ ਜੀ ਪਿਤਾ ਕਿਹਨੂੰ ਮੰਨਦੇ ਆ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ। ਅਤੇ ਇਸੇ ਸਮੇਂ ਦੌਰਾਨ ਉਹ ਕੀ ਕਰਦੇ ਆ ਜੀ, ਮੋਹਨ ਸਿੰਘ ਅਤੇ ਸੰਤ ਸਿੰਘ ਸੇਖੋਂ ਤੋਂ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਇਹ ਥੋੜ੍ਹੀਆਂ ਜਿਹੀਆਂ ਗੱਲਾਂ ਸੀ ਜੋ ਉਹਨਾਂ ਦੇ ਜੀਵਨ ਦੇ ਬਾਰੇ ਸੀ, ਉਹਨਾਂ ਨੂੰ ਪ੍ਰਭਾਵਿਤ ਹੋਣ ਦੀ, ਅਤੇ ਕਿਹੜੇ ਖੇਤਰਾਂ ਦੇ ਵਿੱਚ ਉਹਨਾਂ ਨੇ ਕਲਮ ਅਜਮਾਈ ਆ ਉਸ ਦੀ ਥੋੜ੍ਹੀ ਜਿਹੀ ਗੱਲਬਾਤ। ਗੱਲ ਕਰ ਰਹੇ ਹਾਂ ਜੀ ਸੰਤੋਖ ਸਿੰਘ ਧੀਰ ਦੇ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੇ ਬਾਰੇ। ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਕੁਛ ਜੋ ਤੁਹਾਡੀ ਸਕਰੀਨ 'ਤੇ ਦਿਖ ਰਹੇ ਨੇ ਜੀ, ਇਹਨੇ ਕਹਾਣੀ ਸੰਗ੍ਰਹਿ ਨੇ ਜੋ ਪ੍ਰਸਿੱਧ ਨੇ ਜੀ। ਹੋਰਾਂ ਦੀ ਆਪਾਂ ਗੱਲ ਕਰਾਂਗੇ ਬਾਕੀ ਬਾਅਦ ਦੇ ਵਿੱਚ। ਇੱਦਾਂ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਸੰਤੋਖ ਸਿੰਘ ਧੀਰ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਸੀ ਛਿੱਟਿਆਂ ਦੀ ਛਾਂ। 50 ਦੇ ਵਿੱਚ ਸ਼ਬਦ ਆ ਜੀ 1900 ਸਵੇਰ ਹੋਣ ਤੱਕ, ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ। 1955 ਦੇ ਵਿੱਚ ਸ਼ਬਦਾ ਅਤੇ ਸਾਂਝੀ ਕੰਧ ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ। ਇਹ 1958 ਦੇ ਵਿੱਚ ਸ਼ਬਦਾ ਸ਼ਰਾਬ ਦਾ ਗਲਾਸ। 70 ਦੇ ਵਿੱਚ ਮੇਰੀਆਂ ਸ੍ਰੇਸ਼ਟ ਕਹਾਣੀਆਂ। ਇਹ 1980 ਦੇ ਵਿੱਚ ਸ਼ਬਦਾ ਊਸ਼ਾ ਭੈਣ ਜੀ ਚੁੱਪ ਸਨ। 1991 ਦੇ ਵਿੱਚ ਇਸ ਤੋਂ ਬਾਅਦ ਪੱਖੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ। 1991 ਦੇ ਵਿੱਚ ਸ਼ਬਦਾ, ਇਸ ਤੋਂ ਬਾਅਦ 51 ਕਹਾਣੀਆਂ ਇਕੱਠੀਆਂ ਕਰਕੇ ਇੱਕ ਸੰਗ੍ਰਹਿ ਬਣਾਇਆ ਗਿਆ ਜਿਸ ਦਾ ਨਾਂ ਰੱਖਿਆ 51 ਕਹਾਣੀਆਂ। ਉਹ 2002 ਦੇ ਵਿੱਚ ਸ਼ਬਦਾ, ਅਤੇ 2007 ਦੇ ਵਿੱਚ ਉਹਨਾਂ ਦਾ ਇੱਕ ਖੱਬੇ ਪੱਖੀ ਸੰਗ੍ਰਹਿ ਵੀ ਸ਼ਬਦਾ। ਇੱਕ ਕਹਾਣੀ ਸੰਗ੍ਰਹਿ ਹੋਰ ਹੈ ਜਿਸ ਦੀ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਗੱਲ ਕੀਤੀ ਹੋਈ ਹੈ, ਉਸ ਦਾ ਤੁਸੀਂ ਨਾਮ ਦੱਸਣਾ ਕਮੈਂਟ ਬਾਕਸ ਦੇ ਵਿੱਚ, ਜ਼ਰੂਰ ਲਿਖ ਕੇ ਦੱਸਣਾ ਕਿ ਉਹ ਕਹਾਣੀ ਸੰਗ੍ਰਹਿ ਦਾ ਨਾਂ। ਉਸ ਦੀ ਆਪਾਂ ਚਰਚਾ ਬਾਅਦ 'ਚ ਕਰਦੇ ਹਾਂ। ਇਹਨਾਂ ਕਹਾਣੀ ਸੰਗ੍ਰਹਿਾਂ ਦੇ ਵਿਸ਼ਿਆਂ ਦੀ ਗੱਲ ਕਰਦੇ ਹਾਂ ਆਪਾਂ। ਕਹਾਣੀ ਸੰਗ੍ਰਹਿਾਂ ਦੇ ਵਿਸ਼ੇ ਕਿਸ ਤਰ੍ਹਾਂ ਦੇ ਨੇ ਜੀ। ਇਹਨਾਂ ਦੇ ਵਿਸ਼ਾ ਕੀ ਹੈਗਾ ਜੀ, ਪਿੰਡ ਦੇ ਨਿਮਨ ਵਰਗ ਹੈਗਾ, ਅਤੇ ਛੋਟੇ ਕਿਸਾਨ ਨੇ, ਖੇਤ ਮਜ਼ਦੂਰ ਹੈ, ਅਤੇ ਹੋਰ ਜੋ ਆਰਥਿਕ ਤੌਰ 'ਤੇ ਗਰੀਬ ਸ਼੍ਰੇਣੀਆਂ ਨੇ ਜੀ, ਜੋ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ, ਉਹਨਾਂ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ। ਸਮਾਜਵਾਦੀ, ਸਾਮਵਾਦੀ ਆਦਰਸ਼ ਜਿਹੜਾ ਪੇਸ਼ ਕੀਤਾ ਗਿਆ ਇਸ ਕਹਾਣੀਆਂ ਦੇ ਵਿੱਚ। ਉਹਨਾਂ ਦੀ ਰਚਨਾ ਕਹਿ ਲਓ ਜੀ ਦ੍ਰਿਸ਼ਟੀ ਹੋਣ ਕਰਕੇ ਉਹ ਕਿਹੜੀ ਧਾਰਾ ਨੂੰ ਕਰਦੇ ਆ ਜੀ, ਪ੍ਰਗਤੀਵਾਦੀ ਧਾਰਾ ਦੀ ਉਹ ਕਹਿ ਲਓ ਜੀ ਪੇਸ਼ਕਾਰੀ ਕਰਦੇ ਆ, ਜੋ ਕਹਾਣੀਆਂ ਦੇ ਵਿੱਚ ਆਰਥਿਕ ਅਤੇ ਸਮਾਜਿਕ ਵਿਤਕਰਿਆਂ ਨੂੰ ਬੜੀ ਸ਼ਿੱਦਤ ਦੇ ਨਾਲ ਪੇਸ਼ ਕਰਦੇ ਆ। ਪੰਜਾਬ ਦੇ ਸੰਕਟ ਦੇ ਬਾਰੇ ਵੀ ਗੱਲ ਕਰਦੇ ਆ। ਉਹ ਕਿਹੜੇ ਸੰਕਟ ਦੀ ਗੱਲ ਕੀਤੀ ਆ ਉਸ ਦੀ ਆਪਾਂ ਚਰਚਾ ਅੱਗੇ ਜਾ ਕੇ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜੋ ਦੌਰ ਆਇਆ ਜੀ, ਇੱਕ ਮਾੜਾ ਦੌਰ ਕਹਿੰਦੇ ਆਪਾਂ ਉਹਨੂੰ, ਸੰਕਟ ਦਾ ਦੌਰ, ਉਸ ਦੌਰ ਦੀ ਵੀ ਚਰਚਾ ਕਰਾਂਗੇ। ਉਹਨਾਂ ਦਾ ਜੀ ਜਿਹੜੇ ਪਾਤਰ ਚਿੱਤਰਨ ਹੈ ਜੀ ਯਥਾਰਥ ਹੈ, ਵਿਅੰਗ ਕਰਦੇ ਨੇ, ਸੰਕੇਤਕ ਜਿਹੜੀ ਹੈਗੀ ਹੈ ਸ਼ੈਲੀ ਹੈ ਉਸ ਦੀ ਵਰਤੋਂ ਕਰਦੇ ਨੇ ਜੀ। ਮੁਹਾਵਰੇਦਾਰ ਮਲਵਈ ਜਿਹੜੀ ਉਪਭਾਸ਼ਾ ਦੇ ਤੌਰ 'ਤੇ ਵਰਤੀ ਗਈ ਹੈ, ਉਹਨਾਂ ਦੀਆਂ ਆਮ ਕਥਾ ਯੁਕਤਾਂ ਦੇ ਵਿੱਚ ਵਰਤੀ ਗਈ ਹੈ। ਇਹ ਕੁਛ ਉਹਨਾਂ ਦੇ ਕਹਾਣੀ ਦੇ ਪੱਖ ਤੋਂ, ਕਹਾਣੀ ਸੰਗ੍ਰਹਿਾਂ ਦੇ ਪੱਖ ਤੋਂ ਆਪਾਂ ਗੱਲ ਕਰਦੇ ਹਾਂ। ਇਹ ਗੱਲਾਂ ਸੀ ਜੋ ਆਪਾਂ ਨੂੰ ਕਰਨੀਆਂ ਬਣਦੀਆਂ ਸੀ। ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਚਰਚਾ ਆਪਾਂ ਕੀਤੀ।
ਪਹਿਲਾ ਕਹਾਣੀ ਸੰਗ੍ਰਹਿ ਹੈ ਜੀ ਉਹਨਾਂ ਦਾ ਸਾਂਝੀ ਕੰਧ। ਸਾਂਝੀ ਕੰਧ ਦੀ ਜੋ ਸੰਗ੍ਰਹਿ ਆ ਉਸ ਦੀ ਕਹਾਣੀ ਸਾਂਝੀ ਕੰਧ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ। ਇਹਦੇ ਵਿੱਚ ਜੀ 1958 ਦੇ ਵਿੱਚ ਛਪਿਆ, ਤਾਂ ਇਹਦੇ ਵਿੱਚ 10 ਕਹਾਣੀਆਂ ਨੇ। ਸਾਂਝੀ ਕੰਧ ਦੀ ਆਪਾਂ ਗੱਲ ਹੀ ਕਰ ਚੁੱਕੇ ਹਾਂ, ਬਹੁਤ ਜ਼ਿਆਦਾ ਪ੍ਰਸਿੱਧ ਹੈ। ਭੇਦ ਵਾਲੀ ਗੱਲ, ਪਿੰਡ ਦਾ ਸ਼ਿੰਗਾਰ, ਮੰਗੋ ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ, ਉਹਦੀ ਗੱਲ ਕਰਾਂਗੇ ਜੀ। ਚਾਂਦੀ ਦੇ ਪਹੀਏ, ਗਲੀਆਂ ਦੇ ਕੱਖ, ਵੋਟ ਦਾ ਹੱਕ, ਜਦ ਰੂਸ ਪੰਜਾਬੀ ਆਏਗਾ, ਠੀਕ ਹੈ ਜੀ। ਸਿਪਾਹੀ, ਘਰ ਵਿੱਚ ਗਵਾਚੀ ਪਰੀ। ਇਹ ਕੁਛ ਕਹਾਣੀਆਂ ਨੇ ਜੀ 10 ਇਹਦੇ ਵਿੱਚ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀਗਾ ਜੀ ਸਾਂਝੀ ਕੰਧ ਦੇ ਵਿੱਚ। ਇਹਦੇ ਵਿੱਚ ਸਾਰੀਆਂ ਕਹਾਣੀਆਂ ਕਾਫੀ ਹੀ ਮਹੱਤਵਪੂਰਨ ਨੇ। ਕੁਛ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਖਾਸ ਤੌਰ 'ਤੇ ਮਹੱਤਤਾ ਹੈਗੀ ਆ। ਇਹਨਾਂ ਕਹਾਣੀਆਂ ਵਿੱਚ ਪੇਂਡੂ ਮਾਹੌਲ ਦੀ ਕਹਿ ਲਓ ਜੀ ਪੇਸ਼ਕਾਰੀ ਕੀਤੀ ਮਿਲਦੀ ਹੈ। ਉਹਨਾਂ ਦੀਆਂ ਭਾਵਨਾਵਾਂ ਅਤੇ ਆਰਥਿਕ ਸਮਾਜਿਕ ਜੋ ਪੱਖਾਂ ਨੂੰ ਆਪਣੇ ਕਲਾਵੇ ਦੇ ਵਿੱਚ ਇਹ ਸੰਗ੍ਰਹਿ ਲੈਂਦਾ ਗਾ। ਸਾਂਝੀ ਕੰਧ ਦੀ ਆਪਾਂ ਗੱਲ ਕਰਦੇ ਹਾਂ ਜੀ। ਇਹ ਕਹਾਣੀ ਹੈਗੀ ਹੈ ਜੀ ਭਰਾਵਾਂ ਦੇ ਵਿਚਾਲੇ ਸਾਂਝੀ ਕੰਧ ਨੂੰ ਲੈ ਕੇ ਪੈਂਦੇ ਆਪਸੀ ਝਗੜੇ ਨੂੰ ਬਿਆਨ ਕਰਦੀ ਹੈ। ਸਾਂਝੀ ਕੰਧ ਤੁਸੀਂ ਦੇਖਿਆ ਹੀ ਹੋਣਾ ਜੀ, ਘਰਾਂ ਦੇ ਵਿੱਚ ਅਕਸਰ ਹੀ ਕੰਧਾਂ ਕੱਢੀਆਂ ਹੋਈਆਂ ਮਿਲਦੀਆਂ ਨੇ, ਠੀਕ ਹੈ ਜੀ। ਉਹਨਾਂ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਕੰਧ ਦੇ ਰੌਲੇ ਨੇ ਆਪਸੀ, ਉਹਨਾਂ ਨੂੰ ਪੇਸ਼ ਕਰਦੀ ਹੈ। ਸ਼ਰੀਕਾਂ ਵਿਚਲੀ ਦੀਵਾਰ ਕਿੰਨੀ ਮਜ਼ਬੂਤ ਕਿਉਂ ਨਾ ਹੋਵੇ, ਪਰ ਖੂਨ ਦੇ ਰਿਸ਼ਤੇ ਇਹਨਾਂ ਇੱਕ ਨਾ ਇੱਕ ਦਿਨ ਉਹ ਢੇਰੀ ਕਰ ਦਿੰਦੀ ਹੈ। ਭਾਵ ਉਹਨਾਂ ਨੇ ਇਹ ਪੇਸ਼ਕਾਰੀ ਕੀਤੀ ਹੈ ਕਿ ਬੇਸ਼ੱਕ ਕਿੰਨੀਆਂ ਹੀ ਦੀਵਾਰਾਂ ਖੜੀਆਂ ਹੋ ਜਾਣ, ਖੂਨ ਦੇ ਰਿਸ਼ਤੇ ਹੈ ਜਿਹੜੇ ਖੂਨ ਦੇ ਰਿਸ਼ਤੇ ਰਹਿੰਦੇ ਨੇ, ਉਹ ਕਿ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਕਿ ਉਹ ਜਿਹੜੀਆਂ ਦੀਵਾਰਾਂ ਨੇ ਢਹਿ ਜਾਂਦੀਆਂ ਨੇ। ਇਸੇ ਤਰ੍ਹਾਂ ਦਾ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਗਾ, ਜਿਹਦੀ ਡਿਟੇਲ ਆਪਾਂ ਬਾਅਦ 'ਚ ਕਰ ਰਹੇ ਹਾਂ। ਅਜਿਹੇ ਹੀ ਸੁਖਾਂਦਕ ਅਹਿਸਾਸ ਨੂੰ ਕਹਾਣੀ ਦੇ ਵਿੱਚ ਅੰਤ ਵਿੱਚ ਪੇਸ਼ ਕੀਤਾ ਗਿਆ ਗਾ ਕਿ ਇਹ ਕਹਾਣੀ ਦੇ ਵਿੱਚ ਵਿਸ਼ਾ ਜੋ, ਠੀਕ ਹੈ ਜੀ। ਬੇਸ਼ੱਕ ਆਪਾਂ ਗੱਲ ਕਰਦੇ ਹਾਂ ਜੀ ਭਰਾਵਾਂ ਦੇ ਵਿੱਚ ਕਿੰਨੀਆਂ ਮਰਜ਼ੀਆਂ ਦੂਰੀਆਂ ਹੋਣ, ਠੀਕ ਹੈ ਜੀ, ਕੰਧਾਂ ਦੀਵਾਰਾਂ ਕੁਛ ਵੀ ਹੋਣ, ਪਰ ਉਹ ਭਰਾ ਤਾਂ ਭਰਾ ਨੇ, ਉਹਨਾਂ ਦਾ ਆਪਸੀ ਪਿਆਰ ਹੈ, ਉਸ ਨੂੰ ਪੇਸ਼ ਕਰਦੀ ਹੋਈ ਇਹ ਕਹਾਣੀ ਹੈਗੀ ਹੈ। ਅਤੇ ਉਹ ਇਹਦੇ ਵਿੱਚ ਦਿਖਾਇਆ ਗਿਆ ਅਖੀਰ 'ਤੇ। ਇਸ ਕਹਾਣੀ ਦਾ ਜੀ ਭੇਦ ਵਾਲੀ ਗੱਲ ਜੋ ਕਹਾਣੀ ਆ ਉਸ ਦੇ ਵਿੱਚ ਜੀ ਪੇਂਡੂ ਮਾਹੌਲ ਨੂੰ ਸਿਰਜਦੀ ਹੈ। ਇਸ ਵਿੱਚ ਕੋਈ ਵੀ ਭੇਦ ਵਾਲੀ ਗੱਲ ਹਰ ਕਿਸੇ ਨਾਲ ਕਰ ਲੈਂਦੇ ਆ ਜੀ। ਜਿੱਥੇ ਪਿੰਡਾਂ ਦੀ ਗੱਲ ਕੀਤੀ ਆਪਾਂ ਕਿ ਹਰ ਗੱਲ ਲੁਕਾਉਂਦੇ ਨਹੀਂ ਐਵੇਂ, ਉਹ ਹਰ ਗੱਲ ਉਹ ਦੁੱਖ ਸੁੱਖ ਨੇ ਉਹ ਸਾਂਝੇ ਕਰਦੇ ਨੇ ਜੀ, ਠੀਕ ਹੈ। ਇਹ ਕਹਾਣੀ ਰਚਨਾ ਦਾ ਵਿਸ਼ਾ ਪਿੰਡਾਂ ਦਾ ਮਾਹੌਲ ਦੇ ਨਾਲ ਸੰਬੰਧਿਤ ਹੈ। ਰਚਨਾ ਕਹਿ ਲਓ ਜੀ ਕਹਾਣੀ ਦਾ ਵਿਸ਼ਾ ਜੋ ਪਿੰਡਾਂ ਦੀ ਕਹਾਣੀ ਨੂੰ ਪੇਸ਼ ਕਰਦਾ। ਪਿੰਡਾਂ ਦੇ ਲੋਕ ਨੇ ਜੋ ਆਪਸ ਵਿੱਚ ਹਰ ਗੱਲ ਨੂੰ ਸਾਂਝੀ ਕਰਦੇ ਨੇ, ਕੋਈ ਉਹਨਾਂ ਦੇ ਵਿੱਚ ਭੇਦ ਵਾਲੀ ਗੱਲ ਨਹੀਂ ਹੈ। ਜਿੱਥੇ ਲੋਕਾਂ ਦੇ ਇੱਕ ਦੂਜੇ ਦੇ ਪ੍ਰਤੀ ਕਹਿ ਲਓ ਜੀ ਅਥਾਹ ਕਹਿ ਲਓ ਜੀ ਵਿਸ਼ਵਾਸ ਹੈਗਾ, ਉਤਸ਼ਾਹ ਹੈਗਾ, ਉਹਨਾਂ ਦਾ ਆਪਸ ਵਿੱਚ ਇੱਕ ਦੂਜੇ 'ਤੇ ਭਰੋਸਾ ਹੈਗਾ, ਉਸ ਦੀ ਪੇਸ਼ ਕਰਦੀ ਕਹਾਣੀਆਂ ਸੀ। ਮੰਗੋ ਕਹਾਣੀ ਜੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ, ਇਹਦੀ ਗੱਲ ਕਰਨੀ ਬਣਦੀ ਸੀਗੀ। ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਇਹ ਇੱਕ ਕਹਿ ਲਓ ਜੀ ਇੱਕ ਨਵੇਂ ਮਹਿਮਾਨ, ਜਦੋਂ ਘਰ ਵਿੱਚ ਕੋਈ ਨਵਾਂ ਮਹਿਮਾਨ ਆਉਂਦਾ, ਠੀਕ ਹੈ, ਉਸ ਦੇ ਆਉਣ ਦੇ ਨਾਲ ਇੰਝ ਮਹਿਸੂਸ ਹੁੰਦਾ ਜਿਵੇਂ ਉਸ ਦੀ ਇੱਜ਼ਤ ਘੱਟ ਗਈ ਹੈ। ਇੱਕ ਗਾਂ ਹੈਗੀ ਹੈ ਜੀ ਮੰਗੋ ਨਾਂ ਦੀ, ਇੱਕ ਹੋਰ ਗਾਂ ਆਉਂਦੀ ਹੈ, ਤਾਂ ਉਹਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਉਸ ਦੇ ਆਉਣ ਦੇ ਨਾਲ ਉਸ ਦੀ ਇੱਜ਼ਤ ਥੋੜ੍ਹੀ ਜਿਹੀ ਘੱਟ ਗਈ ਹੈ। ਉਸ ਦੇ ਅੰਦਰ ਕੀ ਹੋ ਜਾਂਦਾ, ਈਰਖਾ ਪੈਦਾ ਹੋ ਜਾਂਦਾ ਹੈ। ਕਿਹਦੇ ਪ੍ਰਤੀ ਜੀ, ਜਿਹੜੀ ਨਵੀਂ ਗਾਂ ਆਈ ਹੈ ਸੋਮਾ ਦੇ ਪ੍ਰਤੀ ਜੀ। ਅਤੇ ਉਹਦੇ ਘਰ ਦੇ ਵਿੱਚ ਆ ਜਾਣ ਕਰਕੇ ਮੌਜੂਦ ਮੰਗੋ ਦੇ ਮਨ ਵਿੱਚ ਜੋ ਡਾਢਾ ਈਰਖਾ ਉਸ ਨੂੰ ਪੇਸ਼ ਕੀਤਾ ਗਿਆ ਗਾ, ਠੀਕ ਹੈ। ਇਸ ਵਿੱਚ ਈਰਖੇ ਦਾ ਅੰਤ ਸੋਮਾ ਦੀ ਮੌਤ ਦੇ ਨਾਲ ਹੁੰਦਾ ਹੈ। ਜੋ ਨਵੀਂ ਗਾਂ ਆਈ ਹੈ ਜੀ ਉਸ ਦੇ ਜਦੋਂ ਮੌਤ ਹੋ ਜਾਂਦੀ ਹੈ ਉਦੋਂ ਹੀ ਗੁੱਸੇ ਦਾ ਜਿਹੜਾ ਕਹਿ ਲਓ ਜੀ ਉਹਨਾਂ ਦੇ ਅੰਤ ਹੁੰਦਾ ਗਾ। ਕਿਹਦੇ ਦਾ, ਮੰਗੋ ਦੇ ਦਾ। ਇਸ ਕਹਾਣੀ ਵਿੱਚ ਜੀ ਗਾਵਾਂ ਦੇ ਮਨੋਭਾਵਾਂ ਨੂੰ ਪੇਸ਼ ਕੀਤਾ ਗਿਆ ਗਾ ਅਤੇ ਇਸ ਗੱਲ ਨੂੰ ਦ੍ਰਿੜ ਕਰਦੀ ਹੈ ਕਿ ਜੋ ਵੀ ਬੰਦਾ ਈਰਖਾ ਰੱਖਦਾ ਗਾ, ਗੁੱਸੇ ਵਾਲੇ ਸੁਭਾਅ ਦੇ ਕਾਰਨ ਉਹ ਕਈ ਵਾਰ ਨੁਕਸਾਨ ਹੁੰਦਾ ਗਾ ਅਤੇ ਬਾਅਦ ਵਿੱਚ ਉਹ ਸਿਰਫ ਪਛਤਾਉਂਦਾ ਹੀ ਰਹਿੰਦਾ ਗਾ। ਜਦੋਂ ਆਪਾਂ ਦੇਖਦੇ ਹਾਂ ਕਹਾਣੀ ਦੇ ਵਿੱਚ ਪਹਿਲਾਂ ਉਹ ਉਹਦੇ ਨਾਲ ਕਿੰਨਾ ਈਰਖਾ ਕਰਦੀ ਹੈ ਦੂਸਰੀ ਨਵੀਂ ਗਾਂ ਦੇ ਆਉਣ ਨਾਲ, ਬਾਅਦ ਦੇ ਵਿੱਚ ਜਦੋਂ ਉਹ ਮਤਲਬ ਮਰ ਜਾਂਦੀ ਆ ਤਾਂ ਉਹਨੂੰ ਉਹ ਚੀਜ਼ ਦਾ ਪਛਤਾਵਾ ਰਹਿੰਦਾ ਕਿ ਉਹਨੇ ਇਸ ਤਰ੍ਹਾਂ ਦਾ ਕਿਉਂ ਕੀਤਾ, ਕਿ ਉਹਦੀ ਇੱਜ਼ਤ ਉਸੇ ਤਰ੍ਹਾਂ ਹੀ ਹੈਗੀ ਹੈ, ਬਟ ਉਹਦੇ ਮਨ ਦੇ ਜਿਹੜੇ ਭਾਵ ਨੇ ਉਹਨਾਂ ਨੂੰ ਪੇਸ਼ ਕੀਤਾ ਹੋਇਆ ਦੋਨਾਂ ਗਾਵਾਂ ਦੇ ਵਿੱਚ ਵੀ ਕਿਵੇਂ ਮਨ ਦੇ ਭਾਵ ਨੇ ਉਹਨਾਂ ਨੂੰ ਪੇਸ਼ਕਾਰੀ ਕੀਤੀ ਗਈ ਹੈ ਇਸ ਕਹਾਣੀ ਦੇ ਵਿੱਚ, ਮੰਗੋ ਕਹਾਣੀ। ਅਗਲਾ ਕਹਾਣੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ। ਸਵੇਰ ਹੋਣ ਤੱਕ ਬਹੁਤ ਜ਼ਿਆਦਾ ਪ੍ਰਸਿੱਧ ਹੈ ਜੀ। 55 ਦੇ ਵਿੱਚ ਸ਼ਬਦ ਆ, 10 ਇਸ ਦੇ ਵਿੱਚ ਕਹਾਣੀਆਂ ਨੇ ਜੀ। ਸਵੇਰ ਹੋਣ ਤੱਕ ਤਾਂ ਹੋਏਗੀ।
ਮਾਮਲਾ, ਕੋਈ ਇੱਕ ਸਵਾਰ, ਜੋੜੀਆਂ ਜਗ ਥੋੜੀਆਂ, ਕਹਾਣੀ ਦੀ ਟੋਲ, ਰੰਗ ਵਿੱਚ ਭੰਗ, ਮੰਜ਼ਿਲ ਦਾ ਸੁਪਨਾ, ਠੀਕਰੇ ਪਾਇਆ ਦੁੱਧ, ਡੈਨ, ਘਰ ਕੀ ਗਹਿਲ। ਇਹ 10 ਕਹਾਣੀਆਂ ਨੇ ਜੀ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। 1955 ਦੇ ਵਿੱਚ ਛਪਦਾ, ਉਸ ਦੀ ਆਪਾਂ ਗੱਲ ਕੀਤੀ ਹੋਈ ਹੈ। ਆਪਾਂ ਗੱਲ ਕਰਦੇ ਹਾਂ ਜੀ ਸਵੇਰ ਹੋਣ ਤੱਕ ਜਿਹੜੇ ਸੰਗ੍ਰਹਿ ਦੇ ਵਿੱਚ ਕਹਾਣੀਆਂ ਨੇ ਉਹ ਪਿੰਡਾਂ ਦੇ ਕਾਹਦੇ ਨਾਲ ਸੰਬੰਧਿਤ ਨੇ। ਪਿੰਡਾਂ ਦੇ ਗੱਲ ਕਰ ਰਹੀਆਂ ਨੇ, ਪਿੰਡਾਂ ਦੇ ਉਹਨਾਂ ਵੇਲਿਆਂ ਦੀ ਯਾਦ ਕਰਾਉਂਦੀਆਂ ਜੀ ਉਹ, ਜਦੋਂ ਲੋਕ ਛੱਤਾਂ ਉੱਤੇ ਮੰਜੇ ਢਾ ਕੇ ਰਾਤਾਂ ਨੂੰ ਸੋਇਆ ਕਰਦੇ ਸੀ ਅਤੇ ਆਪਸੀ ਸਾਂਝ, ਆਪਸ ਇਕੱਠੇ ਗੱਲਾਂ ਬਾਤਾਂ ਕਰਨੀਆਂ, ਜੋ ਭਾਈਚਾਰਾ ਸੀ ਉਸ ਦੀ ਪੇਸ਼ਕਾਰੀ ਕਰਦੀ ਹੈ। ਪਿੰਡਾਂ ਦੇ ਜੀਵਨ ਦੀ ਯਥਾਰਥਕ ਜਿਹੜੀ ਤਸਵੀਰ ਹੈ ਉਹ ਲਿਖੀ ਗਈ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਲੋਕ ਇਕੱਠੇ ਰਹਿੰਦੇ ਸੀ, ਕਿਵੇਂ ਭਾਈਚਾਰੇ ਕੋਠਿਆਂ ਦੇ ਉੱਪਰ ਪੈਂਦੇ ਸੀ ਮੰਜੇ ਢਾ ਕੇ, ਫਿਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ, ਗੱਲਾਂ ਬਾਤਾਂ ਕਰਦੇ ਰਹਿਣਾ। ਇਸ ਤਰ੍ਹਾਂ ਦੇ ਮਾਹੌਲ ਨੂੰ ਸਿਰਜਿਆ ਗਿਆ ਗਾ। ਕੋਈ ਇੱਕ ਸਵਾਰ ਬਹੁਤ ਹੀ ਪ੍ਰਸਿੱਧ ਕਹਾਣੀ ਹੈਗੀ ਹੈ ਅਤੇ ਇਸ ਦੀ ਗੱਲ ਕਰਦੇ ਹਾਂ ਜੀ। ਇਸ ਕਹਾਣੀ ਦੇ ਵਿੱਚ ਬਾਰੂ ਨਾਂ ਦਾ ਕਿਰਦਾਰ ਹੈ ਜੀ, ਜੋ ਤਾਂਗੇ, ਕਹਿ ਲਓ ਜੀ ਤਾਂਗੇ ਚਲਾਉਣ ਦਾ ਤਾਂਗੇ ਵਾਲਾ ਹੈਗਾ ਜੀ, ਜੋ ਸਵਾਰੀਆਂ ਦੀ ਆਸ ਕਰਦਾ ਰਹਿੰਦਾ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ, ਕਿ ਉਸ ਦੇ ਟਾਂਗੇ 'ਤੇ ਬੈਠਣ ਲਈ ਸਵਾਰੀਆਂ ਆਉਣ, ਤਾਂ ਜਿਸ ਦੇ ਨਾਲ ਉਹ ਤੋਂ ਕਮਾਈ ਹੋਏਗੀ ਅਤੇ ਉਹ ਆਪਣੇ ਪਰਿਵਾਰ ਦਾ ਕਹਿ ਲਓ ਜੀ ਪੇਟ ਪਾਲ ਸਕਦਾ। ਕਹਾਣੀ ਦੇ ਅੰਤ ਦੇ ਵਿੱਚ ਆਪਾਂ ਨੂੰ ਕਹਿ ਲਓ ਜੀ ਤਾਂਗੇ ਤੋਂ ਆਪਾਂ ਅੰਤ ਵਿੱਚ ਦੇਖਦੇ ਹਾਂ, ਤਾਂਗੇ ਤੋਂ ਉਤਰ ਕੇ ਸਵਾਰੀਆਂ ਬੱਸ ਵਿੱਚ ਸਵਾਰ ਹੋ ਜਾਂਦੀਆਂ। ਉਡੀਕ ਕਰਦਾ ਰਹਿੰਦਾ ਤਾਂਗੇ ਵਾਲਾ ਕਿ ਹੋਰ ਸਵਾਰੀਆਂ ਆ ਜਾਣ, ਇੱਕ ਦੋ ਹੋਰ ਆ ਜਾਣ, ਫਿਰ ਤੁਰਦੇ ਆ। ਅਤੇ ਫਿਰ ਕੀ ਹੁੰਦਾ ਜੀ, ਬੱਸ ਦੇ ਆਉਣ ਨਾਲ ਜਿਹੜੀਆਂ ਉਹ ਸਵਾਰੀਆਂ ਸੀ ਤਾਂਗੇ ਤੋਂ ਉਤਰ ਕੇ ਕਾਹਦੇ 'ਚ ਬੈਠ ਜਾਂਦੀਆਂ ਜੀ, ਬੱਸ 'ਤੇ। ਅਤੇ ਬਾਰੂ ਦੀ ਜਿਹੜੀ ਹੈਗੀ ਹੈ ਸਵਾਰੀਆਂ ਦੀ ਇਕੱਠੀ ਕਰਨ ਲਈ ਕੀਤੀ ਗਈ ਮਿਹਨਤ ਸਾਰੀ ਬੇਕਾਰ ਚਲੀ ਜਾਂਦੀ ਹੈ। ਇਸ ਕਹਾਣੀ ਦੇ ਵਿੱਚ ਪੇਸ਼ ਕੀਤੀ ਹੈ ਜੀਵਨ ਨਿਰਵਾਹ ਲਈ ਨਿਮਨ ਵਰਗ ਦੀਆਂ ਕਿਹੜੀਆਂ ਸਮੱਸਿਆਵਾਂ ਨੇ, ਪਰਿਸਥਿਤੀਆਂ ਨੇ, ਗੁਜ਼ਰਨਾ ਵਿੱਚ ਪੈਂਦਾ, ਕਿਹੜੀਆਂ ਥਾਵਾਂ ਤੋਂ ਲੰਘਣਾ ਪੈਂਦਾ, ਉਸ ਦੀ ਪੇਸ਼ਕਾਰੀ ਕੀਤੀ ਹੈ। ਅਜਿਹੇ ਮਾਹੌਲ ਨੂੰ ਇਸ ਕਹਾਣੀ ਦੇ ਵਿੱਚ ਸਿਰਜਿਆ ਗਿਆ ਗਾ, ਪੇਸ਼ ਕੀਤਾ ਗਿਆ। ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਕਹਾਣੀ ਨੂੰ ਪੜ੍ਹ ਸਕਦੇ ਹੋ, ਬਹੁਤ ਹੀ ਤੁਹਾਨੂੰ ਪ੍ਰਭਾਵਿਤ ਕਰੇਗੀ। ਜੋ ਨਿਮਨ ਵਰਗ ਦੀਆਂ ਸਮੱਸਿਆਵਾਂ ਨੇ, ਕਿਵੇਂ ਉਹਨਾਂ ਨੂੰ ਕਹਿ ਲਓ ਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜੋ ਉਹਦੀ ਪੇਸ਼ਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਹੋਈ ਵੇਖਣ ਨੂੰ ਮਿਲਦੀ ਆ ਆਪਾਂ ਨੂੰ। ਅਗਲੇ ਕਹਾਣੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ। ਸ਼ਰਾਬ ਦਾ ਗਲਾਸ, ਛੱਤਰ ਦੇ ਆਪਾਂ ਗੱਲ ਕਰ ਰਹੇ ਹਾਂ ਜੀ। ਸ਼ਰਾਬ ਦਾ ਗਲਾਸ ਕਹਾਣੀ ਸੰਗ੍ਰਹਿ ਹੈ ਜੀ, ਜੋ 1970 ਦੇ ਵਿੱਚ ਛਪਦਾ। 15 ਕਹਾਣੀਆਂ ਨੇ ਇਹਦੇ ਵਿੱਚ, ਠੀਕ ਹੈ। ਤਾਂ ਇਹਦੇ ਵਿੱਚ 15 ਕਹਾਣੀਆਂ ਕਿਹੜੀਆਂ ਲਟੇਰੇ, ਅੰਨੀ ਪੀਂਦੀ ਹੈ, ਗੁੱਗਾ, ਹੱਲਾ ਸ਼ੇਰੀ, ਇੱਕ ਸਧਾਰਨ ਆਦਮੀ, ਸ਼ੇਰ, ਪਟਿਆਲੇ ਵਾਲਾ ਰਾਜਾ, ਗਾਥਾ, ਮਲੰਗ, ਸੰਤ ਜੀ, ਰਸਤਾ, ਗਰੀਬੀ, ਧਰਮ, ਰਾਜ ਦੀ ਹਾਰ, ਸ਼ਰਾਬ ਦਾ ਗਲਾਸ ਤਾਂ ਹੋਏਗੀ ਜੀ, ਇਹਦਾ ਟਾਈਟਲ ਹੈ। ਮੇਰੇ ਖੂਨ ਦਾ ਇੱਕ ਇੱਕ ਕਤਰਾ। ਇਹ ਜੋ ਕਹਾਣੀਆਂ ਨੇ 15 ਇਸ ਕਹਾਣੀ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਕਿਹੜੇ ਜੀ, ਸ਼ਰਾਬ ਦੇ ਗਲਾਸ ਦੇ ਵਿੱਚ। ਇਹਨਾਂ ਦੀ ਆਪਾਂ ਥੋੜ੍ਹੀ ਬਹੁਤੀ ਗੱਲ ਕਰਾਂਗੇ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀ ਅਗਲਾ ਕਹਾਣੀ ਸੰਗ੍ਰਹਿ ਪੱਖੀ। ਇਹ ਕਹਾਣੀ ਸੰਗ੍ਰਹਿ ਕਦੋਂ ਛਪਦਾ ਜੀ, 1991 ਦੇ ਵਿੱਚ। 18 ਕਹਾਣੀਆਂ ਨੇ ਜੀ ਇਸ ਦੇ ਵਿੱਚ, ਅੱਧੇ, ਦੋ ਗਿਲ, ਅਤੇ ਉਸ ਤੋਂ ਬਾਅਦ ਜੀ ਅਸਲੀ, ਫਲਾਂ ਦੀ ਟੋਕਰੀ, ਭੁੱਲੇ ਹੋਏ, ਹੱਥ ਦੇ ਕੇ ਰੱਖਣਾ, ਦੂਜਾ ਪਾਸਾ ਦੱਸਣਾ ਜੀ। ਕਹਾਣੀ ਇੱਕ ਹੋਰ ਵੀ ਪਹਿਲਾਂ ਕਿਸੇ ਰਾਈਟਰ ਦੀ ਲਿਖੀ ਹੋਈ ਸੀ, ਉਹ ਰਾਈਟਰ ਦਾ ਨਾਂ ਦੱਸਣਾ ਕਿ ਕਿਹੜੇ ਰਾਈਟਰ ਨੇ ਪਹਿਲਾਂ ਲਿਖੀ ਹੋਈ ਹੈ ਇਹ ਕਹਾਣੀ। ਇਹ ਟਾਈਟਲ 'ਤੇ ਇਹਨੇ ਵੀ ਲਿਖੀ ਹੈ, ਸੰਤੋਖ ਸਿੰਘ ਧੀਰ ਨੇ ਵੀ। ਇਸ ਤੋਂ ਬਿਨਾਂ ਹੋਰ ਕਿਹੜੇ ਕਹਾਣੀਕਾਰ ਨੇ ਇਸ ਟਾਈਟਲ 'ਤੇ ਕਹਾਣੀ ਲਿਖੀ ਹੈ। ਹਾਰੇ ਹੋਏ, 6 ਸਕਿੰਟ ਵਿੱਚ 1 ਮਿੰਟ, ਬਦਲੀ ਹੋਈ ਹਵਾ, ਪੱਖੀ ਸਿਰਲੇਖ ਹੀ ਹੈ ਜੀ ਇਹਦਾ, ਠੀਕ ਹੈ ਜੀ। ਮੈਨੂੰ ਨਹੀਂ ਭੁੱਲਦਾ ਉਹ, ਠੀਕ ਹੈ ਜੀ। ਕਾਲਾ ਬੈਗ, ਰੰਗ, ਨਾਖਾ, ਆਪਾਂ ਨਾਖਾ ਦੀ ਗੱਲ ਕੀਤੀ ਹੈ ਜੀ। ਇੱਕ ਵਿਆਹ, ਇਤਿਹਾਸ, ਜੈਸਾ ਗੰਗਾ ਨੀਰ ਅਤੇ ਸੱਤ। ਇਹ ਕਹਾਣੀਆਂ ਨੇ ਜੀ, ਕਿੰਨੀਆਂ ਇਹਦੇ ਵਿੱਚ ਸ਼ਾਮਲ ਨੇ, 18 ਕਹਾਣੀਆਂ ਦੀ ਆਪਾਂ ਗੱਲ ਕੀਤੀ ਹੈ। ਕਿਹੜੇ ਸੰਗ੍ਰਹਿ ਦੇ ਵਿੱਚ, ਪੱਖੀ ਦੇ ਵਿੱਚ। ਪੱਖੀ ਕਹਾਣੀ ਦੇ ਵਿੱਚ ਉਹ ਪੱਖੀ ਸਭ ਤੋਂ ਪ੍ਰਸਿੱਧ ਹੈ ਜੀ, ਉਸ ਦੀ ਆਪਾਂ ਗੱਲ ਕਰਦੇ ਹਾਂ। ਇਹ ਕਹਾਣੀ ਸੰਗ੍ਰਹਿ ਕਿਸ ਤਰ੍ਹਾਂ ਦਾ। ਇਸ ਕਹਾਣੀ ਸੰਗ੍ਰਹਿ ਦੇ ਵਿੱਚ ਕਹਿ ਲਓ ਜੀ ਪੰਜਾਬ ਦੇ 1984 ਵਿੱਚ ਜੋ ਕਤਲੋਗਾਰਤ ਹੋਈ ਹੈ ਉਸ ਨੂੰ ਬਿਆਨ ਕਰਦਾ ਗਾ, ਠੀਕ ਹੈ। ਜੂਨ 1984 ਤੋਂ ਲੈ ਕੇ ਨਵੰਬਰ 1984 ਦਾ ਦਹਾਕਾ ਪੰਜਾਬ ਦਾ ਜੋ ਕਣ ਦੇ ਵਿੱਚ ਕਤਲ ਹੋਇਆ ਜੀ, ਠੀਕ ਹੈ, ਕਤਲੋਗਾਰਤ ਹੋਈ ਆ, ਉਹਦੇ ਸੇਕ ਵਿੱਚ ਭੁੱਜਿਆ ਰਿਹਾ, ਠੀਕ ਹੈ, ਉਸ ਦੀ ਪੇਸ਼ਕਾਰੀ ਕਰਦਾ ਜੀ। ਇਸ ਸੰਗ੍ਰਹਿ ਦੇ ਵਿੱਚ ਉਹ ਦਰਦ,
ਦਲੇਰੀ ਨਾਲ ਬੱਝਣ ਵਾਲੀ ਜਿਹੜੀ ਪੰਜਾਬੀਆਂ ਦੇ ਸੁਭਾਅ ਦਾ ਜਿਹੜਾ ਜੀ ਰੂਪ ਪੇਸ਼ ਕੀਤਾ ਗਿਆ ਗਾ ਕਿ ਕਿਵੇਂ ਉਸ ਦੌਰ ਦੇ ਵਿੱਚੋਂ ਲੰਘੇ ਆ ਜੀ। ਉਸ ਦੌਰ ਦੇ ਵਿੱਚ ਜਦੋਂ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਤਾਂ ਕਿਵੇਂ ਕਿਵੇਂ ਦਾ ਕਹਿ ਲਓ ਜੀ ਦਲੇਰੀ ਨਾਲ ਉਹਨਾਂ ਨੇ ਸਾਹਮਣਾ ਕੀਤਾ, ਉਹ ਪੰਜਾਬੀਆਂ ਦੇ ਸੁਭਾਅ ਨੂੰ ਪੇਸ਼ ਕੀਤਾ ਗਾ। ਇਸ ਤੋਂ ਇਲਾਵਾ ਜੀ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਨੇ 80 ਤੋਂ ਲੈ ਕੇ 90 ਦੇ ਦੌਰਾਨ ਲਿਖੀਆਂ ਗਈਆਂ ਨੇ। ਇਹਨਾਂ ਦਾ ਲਿਖਣ ਦਾ ਸਮਾਂ ਜੀ ਯਾਦ ਰੱਖਿਓ, ਇਹ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ 1980 ਤੋਂ ਲੈ ਕੇ ਜੀ 90 ਦੇ ਵਿਚਕਾਰ ਸਮੇਂ ਦੇ ਵਿੱਚ ਲਿਖੀਆਂ ਗਈਆਂ ਨੇ ਅਤੇ 91 ਵਿੱਚ ਇਹ ਕੀ ਹੋ ਜਾਂਦਾ, ਕਹਾਣੀ ਸੰਗ੍ਰਹਿ ਕੀ ਹੋ ਜਾਂਦੇ ਆ, ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਠੀਕ ਹੈ। ਭੁੱਜ ਰਹੇ ਜੀ ਤਪ ਰਹੇ ਪੰਜਾਬ ਨੂੰ ਪੱਖੀ ਦੀ ਝੱਲ ਮਾਰ ਕੇ ਲਹੂ ਤੋਂ ਜੀ ਤਪਸ ਤੋਂ ਬਚਾਈ ਰੱਖਣ ਦਾ ਜਿਹੜਾ ਕਾਰਜ ਇਹ ਕਰਦੀ ਹੈ। ਇਹਨਾਂ ਦੇ ਵਿੱਚ ਉਹ ਕਹਾਣੀਆਂ ਦੇ ਵਿੱਚ ਉਹ ਪੇਸ਼ਕਾਰੀ ਕੀਤੀ ਹੈ ਪੇਂਡੂ ਜੀਵਨ ਦੀ, ਭਾਵ ਪੰਜਾਬੀਆਂ ਦੇ ਜੀਵਨ ਦੀ, ਕਿ ਕਿਵੇਂ ਉਹਨਾਂ 'ਤੇ ਮੁਸ਼ਕਲਾਂ ਦਾ ਕਹਿਰ ਟੁੱਟਦਾ ਰਿਹਾ ਗਾ ਉਸ ਦੌਰ ਦੇ ਵਿੱਚ। 84 ਦੇ ਵਿੱਚ ਉਸਦੀ ਇਹ ਗੱਲ ਕਰਦੀ ਹਾਮੀ ਭਰਦੀ ਹੋਈ ਕਹਾਣੀ ਸੰਗ੍ਰਹਿ, ਇਸ ਦੀਆਂ ਰਚਨਾਵਾਂ ਹਾਮੀ ਭਰਦੀਆਂ ਨੇ ਸੀ। ਕਰਦੇ ਹਾਂ ਜੀ ਇਸ ਕਹਾਣੀ ਸੰਗ੍ਰਹਿ ਨੂੰ 1996 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀਗਾ। ਇਸ ਦੀ ਕਹਾਣੀ ਜਿਹੜੀ ਪੱਖੀ ਹੈ, ਇਸ ਦਾ ਵਿਸ਼ੇ ਦੀ ਗੱਲ ਕਰਦੇ ਹਾਂ ਤਾਂ ਸਿੱਖ ਜਿਹੜੀ ਹੈਗੀ ਆ, ਕਹਿ ਲਓ ਜੀ ਸਿੱਖਾਂ ਦਾ ਜੋ ਕਤਲ ਕੀਤਾ ਗਿਆ ਜੀ, ਇੱਕ ਸਿੱਖ ਬੱਚੇ ਨੂੰ ਅਗਵਾ ਕਰਨ ਅਤੇ ਉਸਦੇ ਬੇਵੱਸ ਸਿੱਖ ਮਾਪਿਆਂ ਵੱਲੋਂ ਆਪਣੇ ਬੱਚੇ ਨੂੰ ਫਿਰੌਤੀ ਦੇ ਕੇ ਹਾਸਲ ਕਰਨਾ ਹੈਗਾ। ਇਸ ਕਹਾਣੀ ਦੇ ਵਿੱਚ ਕਿਵੇਂ ਪੇਸ਼ ਕੀਤਾ ਗਿਆ ਕਿ ਇੱਕ ਬੱਚੇ ਨੂੰ ਪਹਿਲਾਂ ਤਾਂ ਅਗਵਾ ਕਰ ਲੈਂਦੇ ਜੀ, ਫਿਰ ਫਿਰੌਤੀ ਭਾਵ ਉਹਦੇ ਪੈਸੇ ਮੰਗੇ ਜਾਂਦੇ ਨੇ, ਉਹਨੂੰ ਪੈਸਿਆਂ ਨੂੰ ਦੇਣ ਦੇ ਲਈ ਕਿਵੇਂ ਪਰਿਵਾਰ ਦੀ ਜੱਦੋਜਹਿਦ ਹੈ, ਤਾਂ ਉਹ ਬੱਚੇ ਨੂੰ ਮਿਲਣ ਤੱਕ ਦੀ ਜੱਦੋਜਹਿਦ ਨੂੰ ਇਸ ਕਹਾਣੀ ਦੇ ਵਿੱਚ ਪੱਖੀ ਦੇ ਵਿੱਚ ਪੇਸ਼ ਕੀਤਾ ਗਿਆ ਗਾ 1984 ਦੇ ਦੌਰ ਦੀ। ਠੀਕ ਹੈ ਜੀ, ਉਹ ਦੌਰ ਦੀ ਤਾਂ ਇਸ ਕਹਾਣੀ ਦੇ ਵਿੱਚ ਪੇਸ਼ਕਾਰੀ ਦੇਖਣ ਨੂੰ ਮਿਲਦੀ ਹੈ ਅਤੇ ਇਹਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੀ 96 ਦੇ ਵਿੱਚ, ਇਹ ਯਾਦ ਰੱਖਿਓ ਜੀ। ਆਪਾਂ ਗੱਲ ਕਰਦੇ ਹਾਂ ਜੀ ਹੋਰ ਕੁਛ ਰਚਨਾਵਾਂ ਦੇ ਬਾਰੇ ਕਿ ਇਹਨਾਂ ਦੀਆਂ ਸਵੈ ਜੀਵਨੀਆਂ ਕਿਹੜੀਆਂ ਨੇ। ਮੇਰੀ ਕਲਮ ਅਤੇ ਬ੍ਰਹਿਸਪਤੀ, ਦੋ ਸਵੈ ਜੀਵਨੀਆਂ ਦਾ ਜ਼ਿਕਰ ਮਿਲਦਾ ਜੀ। ਠੀਕ ਹੈ। ਪੰਜਾਬ ਬੋਰਡ ਦੇ ਵਿੱਚ ਸਿਰਫ ਇੱਕ ਦਾ ਹੀ ਨਾਂ ਮਿਲਦਾ ਗਾ, ਮੇਰੀ ਕਲਮ ਦਾ ਹੀ, ਬਟ ਕਈ ਥਾਵਾਂ 'ਤੇ ਬ੍ਰਹਿਸਪਤੀ ਦਾ ਵੀ ਜ਼ਿਕਰ ਆਪਾਂ ਨੂੰ ਵੇਖਣ ਨੂੰ ਮਿਲਦਾ। ਸਫ਼ਰਨਾਮੇ ਦੀ ਆਪਾਂ ਗੱਲ ਕੀਤੀ ਹੈ ਜੀ, ਮੇਰੀ ਇੰਗਲੈਂਡ ਯਾਤਰਾ, ਇਹ ਉਹਨਾਂ ਦਾ ਸਫ਼ਰਨਾਮਾ, ਅਤੇ ਇੱਕ ਉਹਨਾਂ ਨੇ ਅਨੁਵਾਦ ਕੀਤਾ ਕਿਹੜਾ ਜੀ, ਰਚਨਾ ਵਾਲੀ ਕਿਹਦੀ ਹੈ ਜੀ, ਕਰਵੀਰ ਰਚਨਾ ਵਾਲੀ ਦਾ। ਠੀਕ ਹੈ। ਸਾਹਿਤ ਅਕਾਦਮੀ ਦੀ ਆਪਾਂ ਗੱਲ ਕਰ ਲਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਵੀ ਪੁਰਸਕਾਰ ਉਹਨਾਂ ਨੂੰ ਦਿੱਤਾ ਗਿਆ ਜੀ। ਇਸ ਤੋਂ ਇਲਾਵਾ ਜੀ ਇੱਕ ਆਪਾਂ ਹੋਰ ਗੱਲ ਕੀਤੀ ਸੀ ਜੀ, ਕਹਾਣੀ ਸੰਗ੍ਰਹਿ ਹੈ ਜੀ, ਕਿਹੜਾ ਜੀ, ਇਹ ਪੰਜਾਬੀ ਯੂਨੀਵਰਸਿਟੀ ਦੀਆਂ ਕੁਛ ਕਿਤਾਬਾਂ ਦੇ ਵਿੱਚ ਇਹਦਾ ਨਾਮ ਜ਼ਿਕਰ ਦੇਖਣ ਨੂੰ ਮਿਲਦਾ ਗਾ, ਇੱਕ ਕੁੱਤਾ ਅਤੇ ਮੈਂ। ਇੱਕ ਕੁੱਤਾ ਅਤੇ ਮੈਂ ਜੀ ਕਹਾਣੀ ਸੰਗ੍ਰਹਿ ਹੈ ਜੀ ਇੱਕ, ਜਿਸ ਦੀ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ, ਉਹ ਗੱਲ ਕਰ ਰਿਹਾ ਜੀ, ਇੱਕ ਕੁੱਤਾ ਅਤੇ ਮੈਂ। ਇਹ ਕਹਾਣੀ ਸੰਗ੍ਰਹਿ ਹੈ ਜੀ, ਕਈ ਜਗ੍ਹਾ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਕਿਤਾਬਾਂ ਵਿੱਚ ਵੇਖਣ ਨੂੰ ਮਿਲਦਾ ਗਾ, ਕਈ ਜਗ੍ਹਾ ਇਹਦਾ ਗੱਲ ਨਹੀਂ ਹੁੰਦੀ, ਬਟ ਇਹ ਸੰਗ੍ਰਹਿ ਵੀ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇਹਨਾਂ ਦੁਆਰਾ ਸੰਤੋਖ ਸਿੰਘ ਧੀਰ ਦਾ ਦੇਖਣ ਨੂੰ ਮਿਲਦਾ ਗਾ। ਆਪਾਂ ਗੱਲ ਕਰ ਰਹੇ ਹਾਂ ਸਾਂਝੀ ਕਦ ਸਵੇਰ ਹੋਣ ਤੱਕ, ਕੋਈ ਇੱਕ ਸਵਾਰ, ਮੇਰਾ ਉਜੜਿਆ ਗਵਾਂਢੀ ਅਤੇ ਮੰਗੋ, ਜੋ ਕਹਾਣੀਆਂ ਨੇ ਜੀ ਇਹ ਉਹਨਾਂ ਦੀਆਂ ਕਹਿ ਲਓ ਜੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਸ਼ਾਹਕਾਰ ਰਚਨਾਵਾਂ ਕਹਿ ਸਕਦੇ ਹਾਂ। ਕੋਈ ਇੱਕ ਸਵਾਰ, ਮੇਰਾ ਉਜੜਿਆ ਗਵਾਂਢੀ, ਇਹਨਾਂ ਨੂੰ ਕਹਿ ਲਓ ਜੀ ਦਰਜਾ ਦਿੱਤਾ ਗਿਆ ਸ਼ਾਹਕਾਰ ਰਚਨਾਵਾਂ ਦਾ। ਅਤੇ ਇਸ ਤੋਂ ਇਲਾਵਾ ਜੀ ਗੱਲ ਕਰਦੇ ਹਾਂ ਧੀਰ ਦੀਆਂ ਜਿਹੜੀਆਂ ਰਚਨਾਵਾਂ ਨੇ, ਕਿਹੜੀ ਕਹਿ ਲਓ ਜੀ ਪ੍ਰਗਤੀਵਾਦ ਯਥਾਰਥਵਾਦੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀਆਂ ਨੇ। ਠੀਕ ਹੈ ਜੀ। ਬਹੁਪੱਖੀ ਲੇਖਕ ਹੈ ਜੀ, ਉਹਨੇ ਜੀਵਨ ਵਿੱਚ ਮਨੁੱਖੀ ਵਿਰੋਧੀ ਤਾਕਤਾਂ ਦਾ, ਭਾਵ ਜੋ ਮਨੁੱਖ ਦੇ ਹਿੱਤਾਂ ਦੇ ਵਿਰੁੱਧ ਨੇ, ਉਹਨਾਂ ਵਿਰੋਧੀ ਤਾਕਤਾਂ ਦਾ ਉਹ ਹਮੇਸ਼ਾ ਹੀ ਖਿਲਾਫ ਰਹੇ ਆ। ਇੱਕ ਨਿਰੰਤਰ ਸੰਘਰਸ਼ ਉਹਨਾਂ ਦਾ ਚੱਲਦਾ ਰਿਹਾ ਗਾ। ਠੀਕ ਹੈ ਜੀ। ਉਹਨਾਂ ਦੀਆਂ ਰਚਨਾਵਾਂ ਵਿੱਚ ਹੱਕ ਸੱਚ ਦੀ ਨਰੋਈ ਪੇਸ਼ਕਾਰੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਇੱਕ ਸੰਘਰਸ਼ਸ਼ੀਲ ਲੇਖਕ, ਤਰੁੱਟੀਆਂ ਕਹਿ ਲਓ ਜੀ, ਜੋ ਅੰਕੜੇ ਨੇ, ਮਾਨਸਿਕ ਸੰਕਟਾਂ ਦਾ ਜੋ ਡਟ ਕੇ ਮੁਕਾਬਲਾ ਕਰਦਾ, ਉਸ ਦੀ ਪੇਸ਼ਕਾਰੀ ਕਰਦਾ ਹੋਇਆ ਦਿਖਾਈ ਦਿੰਦਾ ਗਾ। ਉਹਦੇ ਪਾਤਰ ਵੀ ਇਸ ਤਰ੍ਹਾਂ ਦੇ ਨੇ ਕਿ ਉਹ ਇਹਨਾਂ ਦੇ ਕਹਿ ਲਓ ਜੀ ਮੁਸੀਬਤਾਂ ਦਾ ਡਟ ਕੇ ਵਿਰੋਧ ਕਰ ਰਹੇ ਨੇ। ਆਪਾਂ ਗੱਲ ਕਰਦੇ ਹਾਂ ਜੀ ਸਾਂਝੀ ਕੰਧ। ਸਾਂਝੀ ਕੰਧ ਕਹਾਣੀ ਦੀ, ਜਿਹੜੀ ਕਿ ਪੰਜਾਬ ਬੋਰਡ ਦੇ ਵਿੱਚ ਲੱਗੀ ਹੋਈ ਹੈ। ਇਸ ਦਾ ਜ਼ਿਕਰ ਇਸੇ ਕਰਕੇ ਕਰ ਰਿਹਾ ਕਿ ਪੰਜਾਬ ਬੋਰਡ ਦੇ ਵਿੱਚ ਲੱਗੀ ਹੋਈ ਹੈ, ਤਾਂ ਇਸ ਦੀ ਥੋੜ੍ਹੀ ਜ਼ਿਆਦਾ ਡਿਟੇਲ ਕਰ ਰਿਹਾ ਗਾ।
ਇਸ ਕਹਾਣੀ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੇਂਡੂ ਜੀਵਨ ਦੀ ਹੈ, ਦੋ ਭਰਾਵਾਂ ਦੀ ਹੈ। ਦੋ ਭਰਾ ਕਿਹੜੇ ਨੇ ਜੀ? ਕਪੂਰ ਸਿੰਘ ਅਤੇ ਦਰਬਾਰਾ ਸਿੰਘ। ਉਹਦੀ ਜ਼ਿਆਦਾ ਡਿਟੇਲ ਕਰ ਰਹੇ ਹਾਂ ਜੀ। ਬਰਸਾਤ ਜਦੋਂ ਹੁੰਦੀ ਹੈ ਜੀ, ਠੀਕ ਹੈ ਜੀ, ਜਦੋਂ ਬਰਸਾਤ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ ਗਾ? ਮੀਂਹ ਪੈਣ ਦੇ ਨਾਲ ਜੋ ਮੀਂਹ ਪਏਗਾ ਤਾਂ ਕੁਦਰਤੀ ਗੱਲ ਹੈ, ਕਈ ਵਾਰ ਕੰਧਾਂ ਡਿੱਗ ਪੈਂਦੀਆਂ ਨੇ। ਤਾਂ ਫਿਰ ਕੀ ਹੁੰਦਾ ਗਾ ਕਿ ਜਿਹੜਾ ਕਪੂਰ ਸਿੰਘ ਹੈ ਉਹ ਤੋਂ ਦਰਬਾਰਾ ਸਿੰਘ ਤੋਂ ਕੰਧ ਬਣਵਾਉਣ ਦੇ ਲਈ ਹਿੱਸੇ ਦੀ ਮੰਗ ਕਰਦਾ। ਪੈਸਿਆਂ ਦਾ ਹਿੱਸਾ ਤੁਸੀਂ ਦੇਖਦੇ ਹੀ ਆ, ਅਕਸਰ ਜਿਹੜੀ ਸਾਂਝੀ ਕੰਧ ਹੁੰਦੀ ਹੈ ਦੋਨਾਂ ਧਿਰਾਂ ਦਾ, ਮਤਲਬ ਦੋਨੇ ਪਾਸੇ ਭਾਵ ਦੋ ਘਰ ਨੇ ਜੋ ਉਹ ਹਿੱਸਾ ਦਿੰਦੇ ਆ ਜੀ। ਤਾਂ ਕਪੂਰ ਸਿੰਘ ਉਸੇ ਤਰ੍ਹਾਂ ਜੀ ਹਿੱਸਾ ਲੈਂਦਾ ਜੀ, ਆਪਦਾ ਭਰਾ ਉਹਦਾ ਦਰਬਾਰਾ ਸਿੰਘ ਉਹ ਤੋਂ। ਦਰਬਾਰਾ ਸਿੰਘ ਦੇਣਾ ਚਾਹੁੰਦਾ ਪਰ ਉਸ ਦੀ ਗੱਲ ਨਹੀਂ ਮੰਨਦਾ। ਕਿਹਦੀ ਨਹੀਂ? ਕਪੂਰ ਸਿੰਘ ਦੀ ਨਹੀਂ ਗੱਲ ਮੰਨ ਰਿਹਾ ਉਹ। ਜਦੋਂ ਦਰਬਾਰਾ ਸਿੰਘ ਕਪੂਰ ਸਿੰਘ ਨੂੰ ਪੈਸੇ ਦੇਣ ਲਈ ਰਾਜ਼ੀ ਹੁੰਦਾ ਤਾਂ ਫਿਰ ਕੀ ਹੁੰਦਾ ਗਾ? ਕਹਾਣੀ ਦੇ ਵਿੱਚ ਥੋੜ੍ਹਾ ਜਿਹਾ ਆ ਜਾਂਦਾ ਜੀ, ਪਿੰਡ ਦਾ ਜਿਹੜਾ ਸਰਪੰਚ ਹੈ ਉਹ ਦਰਬਾਰਾ ਸਿੰਘ ਨੂੰ ਚੱਕ ਦੇ ਦਿੰਦਾ ਅਤੇ ਫਿਰ ਮੁਕਰਾ ਦਿੰਦਾ ਗਾ। ਫਿਰ ਕੁਦਰਤੀ ਗੱਲ ਹੈ, ਜਦੋਂ ਮੁਕਰਾਊਗਾ ਗਾਲੀ ਗਲੋਚ ਹੋਏਗੀ, ਠੀਕ ਹੈ ਜੀ, ਲੜਾਈ ਝਗੜਾ ਹੋਏਗਾ ਜੀ, ਠੀਕ ਹੈ, ਦੋਵੇਂ ਭਰਾਵਾਂ ਦੇ ਆਪਸ ਵਿੱਚ ਵੱਖ ਹੋ ਜਾਂਦੇ ਆ। ਅੰਤ ਵਿੱਚ ਫਿਰ ਕੀ ਦੇਖਦੇ ਹਾਂ ਆਪਾਂ ਜੀ? ਦਰਬਾਰਾ ਸਿੰਘ ਕੀ ਹੋ ਜਾਂਦਾ? ਬਿਮਾਰ, ਠੀਕ ਹੈ। ਤਾਂ ਕਪੂਰ ਸਿੰਘ ਬਿਮਾਰ ਹੋਣ ਦਾ ਪਤਾ ਜਦੋਂ ਉਹਨੂੰ ਲੱਗਦਾ, ਕਪੂਰ ਸਿੰਘ ਨੂੰ, ਵੀ ਉਹਦਾ ਭਰਾ ਬਿਮਾਰ ਹੋਇਆ ਪਿਆ, ਤਾਂ ਉਸ ਦੀ ਖਬਰ ਲੈਣ ਲਈ ਉਸ ਦੇ ਘਰ ਚਲਾ ਜਾਂਦਾ। ਤਾਂ ਫਿਰ ਕੀ ਹੁੰਦਾ ਗਾ ਕਿ ਦਰਬਾਰਾ ਸਿੰਘ ਨੂੰ ਮਹਿਸੂਸ ਹੁੰਦਾ ਕਿ ਉਹਨੂੰ ਇਸ ਤਰ੍ਹਾਂ ਨਹੀਂ ਸੀ ਗੱਲ ਕਰਨੀ ਚਾਹੀਦੀ, ਕਿ ਸਗੋਂ ਉਹਨੂੰ ਆਪਦੇ ਭਰਾ ਦਾ ਸਾਥ ਦੇਣਾ ਚਾਹੀਦਾ ਸੀ ਜਦੋਂ ਉਹ ਕੰਧ ਕੱਢ ਰਿਹਾ ਸੀ, ਐਵੇਂ ਉਹਦੇ ਨਾਲ ਲੜਨਾ ਨਹੀਂ ਸੀ ਚਾਹੀਦਾ। ਤਾਂ ਉਹਨੂੰ ਅਹਿਸਾਸ ਹੁੰਦਾ। ਇਹ ਜੋ ਭਰਾਵਾਂ ਦੇ ਆਪਸੀ ਪਿਆਰ ਦੀ ਕਹਾਣੀ ਹੈ, ਠੀਕ ਹੈ ਜੀ, ਉਹਨੂੰ ਦਰਸਾਉਂਦੀ ਹੋਈ ਕਹਾਣੀ ਹੈ ਕਿ ਉਹ ਕਦੇ ਨਾ ਕਦੇ ਪਰਿਵਾਰ ਦੇ ਵਿੱਚ, ਭਰਾਵਾਂ ਦੇ ਵਿੱਚ ਪਿਆਰ ਹਮੇਸ਼ਾ ਹੀ ਰਹਿੰਦਾ, ਉਹ ਕਦੇ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਹੀ ਰਹੇਗਾ। ਤਾਂ ਇਸੇ ਕਹਾਣੀ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਪੇਸ਼ ਹੁੰਦਾ। ਜਦੋਂ ਉਹਦਾ ਪਤਾ ਲੈਣ ਜਾਂਦਾ ਤਾਂ ਉਹਨੂੰ ਉਹ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਇਸ ਤਰ੍ਹਾਂ ਉਹਨੂੰ ਨਹੀਂ ਕਰਨਾ ਚਾਹੀਦਾ ਸੀ, ਲੋਕਾਂ ਦੇ ਪਿੱਛੇ ਲੱਗ ਕੇ ਆਪਦੇ ਭਰਾ ਦੇ ਨਾਲ ਨਹੀਂ ਵਿਗਾੜਨੀ ਚਾਹੀਦੀ ਸੀ। ਇਸ ਗੱਲ ਨੂੰ ਪੇਸ਼ ਕੀਤੀ ਆ ਉਹਦੇ ਵਿੱਚ, ਕਹਾਣੀ ਦੇ ਵਿੱਚ। ਧੰਨਵਾਦ ਜੀ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਮਾਸਟਰ ਗਾਈਡ ਦੇ ਨਾਲ ਸੰਬੰਧਿਤ। ਬਹੁਤ ਵਧੀਆ ਲੱਗ ਰਿਹਾ ਕਿ ਸਾਰੇ ਤੁਸੀਂ ਨੋਟਸ ਰੈਡੀ ਕਰ ਰਹੇ ਹੋ ਆਪਦੇ। ਤਾਂ ਉਹਦੇ ਵਿੱਚ ਜੋ ਵੀ ਕਮੀ ਪੇਸ਼ੀ ਹੁੰਦੀ ਹੈ ਤਾਂ ਮੈਸੇਜ ਕਰਦੇ ਹੋ, ਬਹੁਤ ਵਧੀਆ ਲੱਗਦਾ। ਕਿ ਹੋਰ ਕਿਸੇ ਦੇ ਡਾਊਟ ਹੁੰਦੇ ਆ ਤਾਂ ਮੈਸੇਜ ਕਰ ਦਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚੋਂ। ਆਪਣੇ ਗਰੁੱਪ ਨੇ ਜੀ ਜੋ ਚੱਲ ਰਹੇ, ਉਹਨਾਂ ਦੇ ਵਿੱਚ ਵੀ ਤੁਸੀਂ ਮੈਸੇਜ ਕਰਦੇ ਹੋ, ਬਹੁਤ ਵਧੀਆ ਲੱਗਦਾ। ਅਤੇ ਤੁਹਾਡੇ ਡਾਊਟ ਨੂੰ ਆਪਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਸਮੇਂ-ਸਮੇਂ 'ਤੇ ਤੁਹਾਨੂੰ ਜਿਹੜਾ ਉਹਦਾ ਸਹੀ ਆਨਸਰ ਦੇ ਕੇ ਤੁਹਾਡੀ ਜਿਹੜੀ ਸਮੱਸਿਆ ਉਸ ਦੀ ਜਿਹੜਾ ਹੈਗਾ ਆਪਾਂ ਹੱਲ ਦੇ ਸਕੀਏ। ਸਮੱਸਿਆ ਨੂੰ ਤੁਸੀਂ, ਜੋ ਤੁਹਾਡੀ ਸਮੱਸਿਆ ਹੈਗੀ ਆ ਪੜ੍ਹਨ ਸੰਬੰਧੀ ਜਾਂ ਹੋਰ ਕੋਈ, ਤਾਂ ਉਹਦਾ ਆਪਾਂ ਹੱਲ ਕਰ ਸਕੀਏ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਕੁਛ ਨਾ ਕੁਛ ਵਧੀਆ ਤਰੀਕੇ ਨਾਲ ਸਿੱਖ ਸਕਣ। ਕੋਈ ਕਹਾਣੀਕਾਰਾਂ ਬਾਰੇ ਜਾਂ ਜੋ ਆਪਾਂ ਫ੍ਰੀ ਐਜੂਕੇਸ਼ਨ ਦੇ ਰਹੇ ਹਾਂ ਉਸ ਤੋਂ ਕੁਛ ਲਾਭ ਉਠਾ ਸਕਣ, ਉਹਨਾਂ ਦਾ ਵੀ ਕਿਸੇ ਦਾ ਭਲਾ ਹੋ ਸਕੇ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ, ਜਿਸ ਦੇ ਨਾਲ ਤੁਹਾਡੇ ਤੱਕ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਜੀ। ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਅਤੇ ਤੁਸੀਂ ਹਮੇਸ਼ਾ ਹੀ, ਮੈਂ ਉਮੀਦ ਕਰਦਾ ਕਿ ਤੁਸੀਂ ਸਹਿਯੋਗ ਇਸੇ ਤਰ੍ਹਾਂ ਹੀ ਬਣਾ ਕੇ ਰੱਖੋਗੇ ਜੀ। ਧੰਨਵਾਦ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ।